ਦੇ ਅਨੰਤਨਾਗ ਮੁਠਭੇੜ ਦੌਰਾਨ ਕਰਨਲ ਮੇਜਰ ਸਮੇਤ 3 ਆਫੀਸਰਸ ਸ਼ਹੀਦ। ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਨੇ ਦਿੱਤੀ ਸ਼ਹਾਦਤ। ਪਾਣੀਪਤ ਦੇ ਮੇਜਰ ਆਸ਼ੀਸ਼ ਧੋਨਕ ਨੇ ਵੀ ਪੀਤਾ ਸ਼ਹਾਦਤ ਦਾ ਜਾਮ। ਸ਼ਹੀਦ ਕਰਨਲ ਮਨਪ੍ਰੀਤ ਦਾ ਪਰਿਵਾਰ 3 ਪੀੜ੍ਹੀਆਂ ਤੋਂ ਕਰ ਰਿਹਾ ਹੈ ਦੇਸ਼ ਦੀ ਸੇਵਾ। ਮੋਹਾਲੀ ਦੇ ਪਿੰਡ ਭਜੌੜੀਆਂ 'ਚ ਹੋਵੇਗਾ ਅੰਤਿਮ ਸੰਸਕਾਰ। ਦੇਰ ਸ਼ਾਮ ਤੱਕ ਪਹੁੰਚੇਗੀ ਮ੍ਰਿਤਕ ਦੇਹ। ਸ਼ਹੀਦ ਮੇਜਰ ਆਸ਼ੀਸ਼ ਧੋਨਕ ਵੀ ਅੱਜ ਪਾਣੀਪਤ 'ਚ ਪਹੁੰਚੇਗੀ ਮ੍ਰਿਤਕ ਦੇਹ। 3 ਦਿਨ ਪਹਿਲਾਂ ਪਰਿਵਾਰ ਨਾਲ ਹੋਈ ਸੀ ਗੱਲ। ਅਗਲੇ ਮਹੀਨੇ ਨਵੇਂ ਘਰ 'ਚ ਗ੍ਰਹਿ ਪ੍ਰਵੇਸ਼ ਤੱਕ ਕੀਤਾ ਸੀ ਵਾਅਦਾ। ਬਠਿੰਡਾ ਜੇਲ੍ਹ 'ਚ ਫਿਰੇ ਹਵਾਲਾਤੀਆਂ ਦੇ 2 ਗੁੱਟ, 4 ਲੋਕ ਜ਼ਖਮੀ। ਤਾਂ ਲੁਧਿਆਣਾ ਜੇਲ੍ਹ 'ਚ ਹਵਾਲਾਤੀਆਂ ਨੇ ਵਾਰਡਨ ਤੇ ਕੀਤਾ ਹਮਲਾ। 5 ਖਿਲਾਫ ਮਾਮਲਾ ਦਰਜ। ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਵਪਾਰੀਆਂ ਨਾਲ ਕਰਨਗੇ ਮੀਟਿੰਗ। ਪਹਿਲਾਂ ਅੰਮ੍ਰਿਤਸਰ ਅਤੇ ਬਾਅਦ 'ਚ ਜਲੰਧਰ 'ਚ ਸਰਕਾਰ ਸਨਅਤਕਾਰ ਮਿਲਣੀ। ਕੱਲ੍ਹ ਲੁਧਿਆਣਾ ਤੇ ਮੋਹਾਲੀ 'ਚ ਕਰਨਗੇ ਬੈਠਕਾਂ। ਸਿੱਖਿਆ ਕ੍ਰਾਂਤੀ ਰੈਲੀ 'ਚ 1600 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂਆਤ। ਕੇਜਰੀਵਾਲ ਤੇ ਸੀਐਮ ਮਾਨ ਬੋਲੇ, ਬਦਲ ਦੇਵਾਂਗੇ ਪੰਜਾਬ ਦੇ ਸਕੂਲਾਂ ਦੀ ਤਸਵੀਰ। ਪੰਜਾਬ 'ਚ ਬਣਨਗੇ 117 ਸਕੂਲ ਆਫ ਐਮੀਨੈਂਸ। ਅੰਮ੍ਰਿਤਸਰ ਦੇ ਛਾਟਾ 'ਚ ਬਣਿਆ ਪਹਿਲਾ ਸਕੂਲ। ਰੈਲੀ ਦੌਰਾਨ ਸੀਐਮ ਮਾਨ ਤੇ ਕੇਜਰੀਵਾਲ ਦਾ ਵਿਰੋਧੀ ਧਿਰਾਂ ਤੇ ਨਿਸ਼ਾਨਾ। ਕਿਹਾ, ਪਿਛਲੀਆਂ ਸਰਕਾਰਾਂ ਦਾ ਖਜ਼ਾਨਾ ਰਹਿੰਦਾ ਸੀ ਖਾਲੀ, ਲੋਕ ਭਲਾਈ ਲਈ ਸਾਡੀ ਸਰਕਾਰ ਦਾ ਖਜ਼ਾਨਾ ਫੁੱਲ, ਇੱਕ ਗਾਰੰਟੀ ਪੂਰੀ। ਇੰਡੀਆ ਕੋਆਰਡੀਨੇਸ਼ਨ ਕਮੇਟੀ ਦੀ ਪਹਿਲੀ ਮੀਟਿੰਗ ਸੀਟ ਸ਼ੇਅਰਿੰਗ ਨੂੰ ਲੈ ਕੇ ਹੋਈ ਚਰਚਾ। ਕਿਹਾ, ਜਲਦ ਤੈਅ ਹੋਵੇਗਾ ਸੀਟ ਸ਼ੇਅਰਿੰਗ ਦਾ ਫਾਰਮੂਲਾ। ਮੱਧ ਪ੍ਰਦੇਸ਼ ਤੇ ਭੋਪਾਲ 'ਚ ਅਕਤੂਬਰ ਦੇ ਪਹਿਲੇ ਹਫ਼ਤੇ ਹੋਵੇਗੀ ਪਹਿਲੀ ਸਾਂਝੀ ਰੈਲੀ। ਆਪ ਨਾਲ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਵਧੀ ਤਕਰਾਰ। ਰਵਨੀਤ ਬਿੱਟੂ ਦਾ ਬਿਨਾਂ ਨਾਮ ਲਏ ਬਾਜਵਾ ਵੜਿੰਗ ਤੇ ਵੱਡਾ ਹਮਲਾ। ਕਿਹਾ, ਜੇ ਗਠਜੋੜ ਨਹੀਂ ਮਨਜ਼ੂਰ ਤਾਂ ਛੱਡ ਦਿਓ ਆਪਣੇ ਅਹੁਦੇ। ਬੀਜੇਪੀ 'ਚ ਸ਼ਾਮਲ ਹੋਏ ਗੁਰਪ੍ਰਤਾਪ ਸਿੰਘ ਟਿੱਕਾ, ਸੁਨੀਲ ਜਾਖੜ ਤੇ ਵਿਜੇ ਰੂਪਾਨੀ ਨੇ ਪਾਰਟੀ 'ਚ ਆਉਣ ਤੇ ਕੀਤਾ ਵੈਲਕਮ। ਅੰਮ੍ਰਿਤਸਰ 'ਚ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਧਾਨ ਸਨ ਗੁਰਪ੍ਰਤਾਪ ਟਿੱਕਾ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀ ਅਗਾਊ ਜ਼ਮਾਨਤ 'ਤੇ ਸੁਣਵਾਈ ਅੱਜ। ਮਹਿਲਾ ਕੋਚ ਨੇ ਸੰਦੀਪ ਸਿੰਘ ਤੇ ਲਗਾਏ ਨੇ ਛੇੜਛਾੜ ਦੇ ਇਲਜ਼ਾਮ। ਚੰਡੀਗੜ੍ਹ ਪੁਲਿਸ ਦਾਖਲ ਕਰ ਚੁੱਕੀ ਹੈ ਚਾਰਜ। ਹੋਮ ਲੋਨ ਦੇ ਮਾਮਲੇ 'ਚ ਬੈਂਕਾਂ ਨੂੰ ਆਰਬੀਆਈ ਦੀ ਸਖਤ ਹਦਾਇਤ। ਕਰਜ਼ ਪੂਰਾ ਚੁਕਾਉਣ ਦੇ 30 ਦਿਨਾਂ ਦੇ ਅੰਦਰ ਹੀ ਦੇਣੇ ਹੋਣਗੇ ਮਾਲਕ ਨੂੰ ਪ੍ਰਾਪਰਟੀ ਦੇ ਪੇਪਰਸ, ਨਹੀਂ ਤਾਂ ਰੋਜ਼ਾਨਾ ਦੇਣਾ ਪਵੇਗਾ 5000 ਦਾ ਮੁਆਵਜ਼ਾ। ਏਸ਼ੀਆ ਕੱਪ 'ਚ ਅੱਜ ਸ਼੍ਰੀਲੰਕਾ ਤੇ ਪਾਕਿਸਤਾਨ ਦਾ ਮੁਕਾਬਲਾ। ਕੋਲੰਬੋ 'ਚ ਖੇਡਿਆ ਜਾਵੇਗਾ ਮੈਚ। ਜੇਤੂ ਟੀਮ ਦਾ ਫਾਈਨਲ 'ਚ ਭਾਰਤ ਨਾਲ ਹੋਵੇਗਾ ਸਾਹਮਣਾ। 24 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਵੱਜਣਗੇ ਰਾਘਵ ਚੱਡਾ ਤੇ ਪਰਿਣੀਤੀ ਚੋਪੜਾ। ਉਦੈਪੁਰ ਦੇ ਲੀਲਾ ਪੈਲੇਸ 'ਚ ਹੋਵੇਗਾ ਸਮਾਗਮ। 30 ਸਤੰਬਰ ਨੂੰ ਚੰਡੀਗੜ੍ਹ 'ਚ ਰਿਸੈਪਸ਼ਨ। ਸਰਬਜੋਤ ਕੌਰ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਬੇਹੱਦ ਹੀ ਮੰਦਭਾਗੀ ਖਬਰ ਦੇ ਨਾਲ। ਖਬਰ ਜੰਮੂ ਕਸ਼ਮੀਰ ਦੇ ਅਨੰਤਨਾਗ ਜੁੜੀ ਹੈ, ਜਿੱਥੇ ਕਿ ਅਨੰਤਨਾਗ ਐਨਕਾਊਂਟਰ 'ਚ ਫੌਜ ਦੇ 2 ਆਫੀਸਰਸ ਤਣੇ 3 ਸ਼ਹੀਦ ਹੋਏ ਨੇ। ਦੱਸਦੇ ਕਿ ਕਰਨਲ ਤੇ ਮੇਜਰ ਰੈਂਕ ਦੇ ਆਫੀਸਰਸ ਸ਼ਹੀਦ ਹੋਏ ਨੇ। ਸ਼ਹਾਦਤ ਪ੍ਰਾਪਤ ਹੋਈ ਹੈ। ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਨੇ ਸ਼ਹਾਦਤ ਦਿੱਤੀ ਹੈ। ਦੱਸਦੇ ਕਿ ਮੋਹਾਲੀ ਦੇ ਰਹਿਣ ਵਾਲੇ ਨੇ ਕਰਨਲ ਮਨਪ੍ਰੀਤ ਸਿੰਘ। ਫਿਲਹਾਲ ਇਸ ਵੇਲੇ ਪੰਚਕੂਲਾ 'ਚ ਰਹਿ ਰਿਹਾ ਹੈ ਕਰਨਲ ਮਨਪ੍ਰੀਤ ਸਿੰਘ ਦਾ ਪਰਿਵਾਰ। ਦੱਸਦੇ ਕਿ ਪਾਣੀਪਤ ਦੇ ਮੇਜਰ ਆਸ਼ੀਸ਼ ਧੋਨਕ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਹੈ। ਦੱਸਦੇ ਕਿ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਹਿਮਾਂਸ਼ੂ ਭੱਟ ਵੀ ਦੇਸ਼ ਦੇ ਲਈ ਕੁਰਬਾਨ ਹੋਏ ਨੇ। ਦੇਸ਼ ਦੇ ਲਈ ਸ਼ਹਾਦਤ ਦਾ ਜਾਮ ਉਹਨਾਂ ਦੇ ਵੱਲੋਂ ਵੀ ਪੀਤਾ ਗਿਆ ਹੈ। ਦਰਅਸਲ ਅਨੰਤਨਾਗ 'ਚ ਦਹਿਸ਼ਤਗਰਦਾਂ ਨਾਲ ਮੁਠਭੇੜ ਹੋਈ ਸੀਗੀ ਤੇ ਅੱਜ ਕਰਨਲ ਮਨਪ੍ਰੀਤ ਸਿੰਘ ਅਤੇ ਮੇਜਰ ਆਸ਼ੀਸ਼ ਦੀਆਂ ਮ੍ਰਿਤਕ ਦੇਹਾਂ ਦੇ ਘਰ ਪਹੁੰਚਾਇਆ ਜਾ ਸਕਦੀਆਂ ਨੇ। ਦੱਸਦੇ ਕਿ ਦੋਹਾਂ ਦਾ ਸੰਸਕਾਰ ਅੱਜ ਕੀਤਾ ਜਾਏਗਾ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਬੇਹੱਦ ਹੀ ਮੰਦਭਾਗੀ ਖਬਰ ਹੈ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਅਨੰਤਨਾਗ 'ਚ, ਜਿੱਥੇ ਕਿ ਐਨਕਾਊਂਟਰ ਹੋਇਆ ਸੀਗਾ ਦਹਿਸ਼ਤਗਰਦਾਂ ਦੇ ਵਿਚਾਲੇ ਤੇ ਸੈਨਾ ਦੇ ਜਵਾਨਾਂ ਦੇ ਵਿਚਾਲੇ। 3 ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਪਹਿਲੀ ਤਸਵੀਰ ਹੈ ਕਰਨਲ ਮਨਪ੍ਰੀਤ ਸਿੰਘ ਦੀ, ਮੋਹਾਲੀ ਨਾਲ ਤਾਲੁਕ ਰੱਖਦੇ ਨੇ, ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਹੈ। ਦੂਜੀ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਮੇਜਰ ਆਸ਼ੀਸ਼ ਧੋਨਕ, ਪਾਣੀਪਤ ਤੋਂ ਤਾਲੁਕ ਰੱਖਦੇ ਨੇ, ਉਹਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਹੈ। ਤੀਸਰੀ ਤਸਵੀਰ ਹੈ ਡੀਐਸਪੀ ਹਿਮਾਂਸ਼ੂ ਭੱਟ ਦੀ, ਜੰਮੂ ਕਸ਼ਮੀਰ ਨਾਲ ਤਾਲੁਕ ਰੱਖਦੇ ਨੇ, ਉਹਨਾਂ ਨੂੰ ਵੀ ਸ਼ਹਾਦਤ ਪ੍ਰਾਪਤ ਹੋਈ ਹੈ। ਤੇ ਦੇਸ਼ ਦੇ ਲਈ ਇਹਨਾਂ ਜਾਬਾਜ਼ਾਂ ਨੇ ਕੁਰਬਾਨੀ ਦਿੱਤੀ ਹੈ, ਸ਼ਹਾਦਤ ਦਾ ਜਾਮ ਪੀਤਾ ਹੈ। ਬੇਹੱਦ ਹੀ ਮੰਦਭਾਗੀ ਖਬਰ ਹੈ ਦੇਸ਼ ਦੇ ਲਈ, ਜਿੱਥੇ ਕਿ 3 ਆਫੀਸਰਸ ਜੋ ਦੇਸ਼ ਨੇ ਉਹ ਗਵਾਏ ਨੇ। ਅਨੰਤਨਾਗ ਐਨਕਾਊਂਟਰ 'ਚ ਫੌਜ ਦੇ 2 ਆਫੀਸਰ ਸਣੇ 3 ਨੂੰ ਸ਼ਹਾਦਤ ਪ੍ਰਾਪਤ ਹੋਈ ਹੈ। 3 ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਇਹਨਾਂ ਦੇ ਪਰਿਵਾਰਾਂ 'ਚ ਸੋਗ ਦੀ ਲਹਿਰ ਉੱਠ ਗਈ ਹੈ, ਗਮਗੀਨ ਮਾਹੌਲ ਹੈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਕਰਨਲ ਤੇ ਮੇਜਰ ਰੈਂਕਸ ਦੇ ਆਫੀਸਰਸ ਸ਼ਹੀਦ ਹੋਏ ਨੇ। 3 ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਪਾ ਰਹੇ ਹੋ। ਇਹਨਾਂ ਜਾਂਬਾਜ਼ਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ। ਦੱਸ ਦਈਏ ਕਿ
मंगलवार तो ही सर्च ऑपरेशन लगातार सेना का जारी है अनंतनाग सेक्टर मेरे सहयोगी लाइव अंकित दुधानी जुड़े हुए ने। अंकित, जानना चाहेंगे क्या कुछ माहौल परिवार में शहादत हुई है, शहादत प्राप्त की गई है, क्या कुछ सेना का अधिकारी भी वहां पे पहुंचा है? बिल्कुल बिल्कुल, अभी थोड़ी देर पहले ही सेना के अधिकारी यहाँ पहुँचे हैं। ये घर है जहाँ उनकी पत्नी रहती है और क्योंकि ये ससुराल है, कर्नल मनप्रीत का ससुराल है और उनकी पत्नी यहीं रहती थी क्योंकि उनका जो वो यहाँ स्कूल एजुकेशन डिपार्टमेंट में, हरियाणा के स्कूल एजुकेशन डिपार्टमेंट में लेक्चरर थी, तो वो यहीं रहते जी क्योंकि मुल्लापुर से आना काफ़ी दूर था, तो वो अभी भी यहीं है पत्नी मौजूद। थोड़ी ही देर के बाद मुल्लापुर जो कर्नल मनप्रीत का गाँव है वहाँ के लिए रवाना होंगी। तो कहीं ना कहीं एक मंदभागी गल जरूर है क्योंकि शहादत हुई है और शहादत एक केवल कर्नल मनप्रीत की नहीं, जो मेजर हैं उनकी शहादत हुई है और 3 जो सेना के अधिकारी हैं, बड़े अधिकारी, वो कहीं ना कहीं खो दिए हैं भारतीय सेना ने। तो एक बहुत बड़ी बात है। तो जो आतंकवादियों से मुठभेड़ करते हुए, और बच्चों की अगर बात करें तो 2 छोटे छोटे बच्चे हैं, एक 2 साल की बिटिया है और एक 6 साल का बेटा है। तो 2 छोटे छोटे बच्चे हैं कर्नल मनप्रीत के, और उन्होंने बताया कि 3-4 महीने के बाद वो घर ही आने वाले थे और अभी जो मार्च में आए थे वो यहाँ, और यहाँ आकर के उन्होंने घर पे पहुँचे थे। तो कहीं ना कहीं एक कह सकते हैं कि जब परिवार में शहादत होती है कोई, क्योंकि हालांकि इनका जो पूरा परिवार है वो सैनिक परिवार है और सैनिक परिवार होने के नाते, लेकिन जिनका कोई चला जाता है, घर से चला जाता है, तो उनको दुख जरूर होता है और वही दुख की घड़ी यहाँ आई हुई है। और जो उनके जो पत्नी है वो यहाँ अंदर है। अभी थोड़ी देर के लिए मुल्लापुर जो उनका ससुराल है, पत्नी का ससुराल है, जो मनप्रीत का घर है, वहाँ के लिए रवाना होंगी। मनप्रीत के अगर बात की जाए तो एक छोटा भाई है जो पंजाब यूनिवर्सिटी के अंदर जॉब करता है। जो पिताजी हैं उनका पहले ही देहांत हो चुका है। माता है उनकी, तो वो भी मुल्लापुर वहीं गाँव में ही घर पर रहती है। तो अभी सेना के अधिकारी अंदर गए हुए हैं। यहाँ चंडी मंदिर जो यूनिट है वहाँ से सेना के अधिकारी पहुँचे हैं और अंदर पहुँच करके जो पत्नी है या परिवार के जो अन्य लोग हैं उनको ढांढस बंधवाने के लिए पहुंचे हैं। तो यहाँ ढांढस बंधा रहे हैं, सांत्वना दे रहे हैं कहीं ना कहीं, क्योंकि सेना का एक अपना तरीका होता है। क्योंकि शहीद जब कोई हो जाता है तो सेना के जो अधिकारी हैं, महिला अधिकारी हैं, वो सब यहाँ पहुंचे हैं और पहुंच करके जो पत्नी को ढांढस बंधा रहे हैं कि क्योंकि उन्होंने के पति ने जो देश के लिए शहादत दी है और पूरे देश को उनके ऊपर गर्व है, इसीलिए वो सेना के अधिकारी यहाँ पहुंचे हैं। जहाँ तक पार्थिव शरीर के पहुंचने की बात है तो यही कहा जा रहा है कि शाम तक भी पार्थिव शरीर पहुंच सकता है और कल सुबह भी पहुंच सकता है। दोनों ही बात कही जा रही है। अभी कंफर्मेशन हुई नहीं है कि कब तक जो पार्थिव शरीर है वो यहाँ पहुंचेगा, क्योंकि मुल्लापुर जो है उनका गांव है, जो पार्थिव शरीर है वो वहीं पहुंचेगा और संस्कार जो है वो भी वहीं किया जाएगा। तो मैंने जैसे पहले भी बताया कि जो पत्नी है या जो और घर के लोग हैं वो भी यहाँ से रवाना होंगे और मुल्लापुर जाएंगे। और वहीं क्योंकि मनप्रीत का जो घर था वो वहीं था, कर्नल मनप्रीत का जो घर है वो वहीं है। तो जी अंकित, ਤੁਸੀਂ ਸਾਨੂੰ ਤਸਵੀਰਾਂ ਵਿਖਾਉਂਦੇ ਰਹੋ ਤੇ ਸ਼ਹੀਦ ਮਨਪ੍ਰੀਤ ਸਿੰਘ ਦਾ ਘਰ ਹੈ। ਮੇਰੇ ਸਹਿਯੋਗੀ ਲਾਈਵ ਉੱਥੋਂ ਜੁੜੇ ਹੋਏ ਨੇ। ਪੰਚਕੂਲਾ ਦਾ ਘਰ ਹੈ ਜਿੱਥੇ ਕਿ ਗਮਗੀਨ ਮਾਹੌਲ ਹੈ। ਦੇਸ਼ ਦੇ 3 ਆਫੀਸਰਸ ਨੇ, ਜਾਂਬਾਜ਼ ਆਫੀਸਰਸ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਲਾਈਵ ਤਸਵੀਰਾਂ ਨੇ ਮਨਪ੍ਰੀਤ ਸਿੰਘ, ਕਰਨਲ ਸ਼ਹੀਦ ਮਨਪ੍ਰੀਤ ਸਿੰਘ ਦੇ ਘਰ ਦੀਆਂ। ਪੰਚਕੂਲਾ ਤੋਂ ਲਾਈਵ ਤਸਵੀਰਾਂ, ਗਮਗੀਨ ਮਾਹੌਲ ਹੈ। ਉੱਥੇ ਹੀ ਸੈਨਾ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਤੇ ਦੇਸ਼ ਦੇ ਲਈ ਸ਼ਹਾਦਤ ਦਾ ਜਾਮ ਉਹਨਾਂ ਦੇ ਵੱਲੋਂ ਪ੍ਰਾਪਤ ਕੀਤਾ ਗਿਆ ਹੈ। जम्मू कश्मीर का अनंतनाग एरिया सीगा जिथे कि जो मुठभेड़ लगातार जारी है, हुणे भी सर्च ऑपरेशन लगातार जारी है। मेरे नाल मेरे सहयोगी लाइव जो ने सुमित भारद्वाज पानीपत तो जुड़े हुए हैं। सुमित, जानना चाहेंगे कि परिवार में क्या कुछ माहौल है, मृतक देह कब तक पहुंचेगी? बिल्कुल, देखिए हम अब आशीष के मकान के बाहर ही हैं। आशीष का मकान जो है, फिलहाल आशीष का परिवार पानीपत के सेक्टर 7 में किराए के मकान पर रहता है। फिलहाल यहीं पर जो है वो परिवार रहता है और जैसे ही परिवार को आसपास के लोगों को इस बात का पता चला था तो रात को ही वो यहाँ पर पहुँचना जो है वो यहाँ पर शुरू जो है वो हो गए थे। और आज जो है पार्थिव शरीर जो है दोपहर बाद जो है यहाँ पर पहुँचने की जो है वो बताई जा रही है।
दोपहर बाद यहाँ पहुँचेगा। पहले उसके पार्थिव शरीर को पानीपत के सेक्टर 7 स्थित मकान पर लाया जाएगा और उसके बाद यहाँ से उनके पैतृक गांव बिंझोल में ले जाया जाएगा, जहाँ पर राजकीय सम्मान के साथ उनका संस्कार किया जाएगा। तस्वीरों में आप देख रही हैं तस्वीरें मेजर आशीष के घर की है, जहाँ पर लोग जो हैं परिवार के सदस्य हैं, तमाम रिश्तेदार जो हैं वो यहाँ पर शोक व्यक्त करने के लिए आए हुए हैं और सभी को मेजर आशीष के पार्थिव शरीर का जो है वो इंतजार है। सुमित, आप हमें तस्वीरें विखांदे रहो। मेरे सहयोगी लाइव पानीपत तो जुड़े हुए ने सुमित भारद्वाज, जिथे कि पानीपत के मेजर आशीष तोनक के वालों शहादत दी गई है। तो अनंतनाग जो एरिया है, सैक्टर है जम्मू कश्मीर का, उत्थे ही मुठभेड़ हुई सी, जिथे कि सेना के 2 ऑफिसर्स ने 3 शहादत प्राप्त हुई सी। तस्वीर तुहानूं विखा रहे उन्होंने घर दी तस्वीर ने, जिथे कि परिवार गमगीन माहौल है, गम छाया हुआ है। उत्थे फकर की गल है कि इन्हां जाबाज़ां दे वल्लों देश के लिए जो है शहादत दी है, शहादत का जाम इन्हां दे वल्लों पीता गया है। तस्वीर तुहानूं विखा रहे हैं, लाइव तस्वीर हैं, तुसीं वेख पा रहे हो 3 तस्वीर देश के लिए कुर्बान हुए ने 3 जाबाज। पहली तस्वीर च वेख्या जा सकता है कर्नल मनप्रीत सिंह मोहाली तो ताल्लुक रखते हैं। इस दे विचाले तस्वीर तुहानूं विखा रहे हैं, सेना के अधिकारी उत्थे पहुंचे जो परिवार नूं सांत्वना देंगे। जो कर्नल मनप्रीत हैं उनके ससुर हमारे साथ हैं, उनसे बातचीत करेंगे। आपसे जानना चाहूँगा कि कब पता चला आपको ये? हमें कल शाम को पता चला, लेकिन लड़की को अभी पता है। अभी जब यहाँ पहुँचे। कितने बच्चे हैं इनके? हैं 2 बच्चे हैं, एक लड़की है 2 साल की, एक 6 साल का बेटा है। और जो पत्नी है वो क्या करती है? वो लेक्चरर है, इकोनॉमिक्स के लेक्चरर। कर्नल मनप्रीत यहीं रहते थे? नहीं, उनका अपना पिंड है यहाँ मुल्लापुर के पास। वो आज दे रखा प्रेस में, उसका नाम थोड़ा वैसा सा है, तो आते थे यहाँ? हाँ, यहीं आते थे वो, जस्ट फॉर कन्वीनियंस ऑफ द गर्ल। यहाँ मेरे पास अकोमोडेट कर रखा हमने, क्योंकि वहाँ से कन्वीनियंस नहीं है स्कूल के लिए। आप कैसे देखते हैं उनकी शहादत को? क्योंकि कहीं ना कहीं आई हैव नो वर्ड्स टू एक्सप्लेन। देख लो, व्हाट मोर कैन आई। आपने भी कहीं ना कहीं सेना का बैकग्राउंड रहा? मैं बैकग्राउंड, सारी फैमिली मेरी बैकग्राउंड सेना की रही है। आप खुद भी? I myself was there in that regiment, Bareilly. I remained there for about 6 months and saw their activities. बिल्कुल, कहीं ना कहीं आतंकवादियों My से। grandfather was also honorary captain. My father-in-law is also honorary captain. My uncle is also honorary captain. तो पूरी की पूरी फैमिली आप देख सकते हैं कि कहीं ना कहीं जो शहीद परिवार से। बिल्कुल जी, बिल्कुल। शहीदी तो हमने अभी देखी है, बाकी लड़ाइयाँ तो 2-3 देखी हैं मेरे अंकल ने, मेरे फादर से जो नेक्स्ट थे। कब आए थे कर्नल मनप्रीत पहले? हाँ, वो मेरे ख्याल से शायद मार्च में आए हूँ। हाँ, आई एम नॉट कन्फर्म। हाँ, अभी जब उनकी टेन्योर ही खत्म होनी थी, अभी तो 4 महीने की दी थी, सिर्फ 4 ही महीने बचे हुए थे। काफी दिन हो गए थे उनको पोस्टिंग। अभी प्रमोशन भी हुई थी उनकी? अभी नहीं, कर्नल बड़े हो गए इनको 2-3 साल। 2-3 साल। तो कब तक छोटू अपना मनप्रीत कब आए थे यहाँ लास्ट टाइम? थोड़ा टाइम हो गया सर, अभी वहीं पे थे, वो पोस्टेड थे, हो गया 2-3 महीने पहले आए थे। हाँ जी। आप उनके ब्रदर इन तो कहीं ना कहीं आप ब्रदर इन लो हैं, तो आप शाम को किस समय आने की उम्मीद है? एज पर द पेपर रिपोर्ट इट शुड रीच अबाउट 4-5 PM। तो बिल्कुल आप देख सकते हैं कि 4-5 बजे आने की उम्मीद है कि पार्थिव शरीर 4-5 बजे आएगा यहाँ। और जो बेटी है उनको अभी सुबह सूचना मिली है, अभी थोड़ी देर पहले ही हमारे देखते देखते ही वो बेटी यहाँ आई है। जो धर्मपत्नी है उनकी, वो यहाँ पहुँची है, उनको सूचना मिली है। 2 साल का बच्चा है और 6 साल का लड़का है, तो कहीं ना कहीं छोटे छोटे बच्चे हैं और दोनों ही बच्चे यहाँ मौजूद हैं। और जो पत्नी है वो यहाँ लेक्चरर हैं। इस न्यूज हेडलाइंस के प्रायोजक एक अनोखी खुशबू ब्लैकस्टोन अगरबत्ती। इस न्यूज हेडलाइंस के प्रायोजक एक अनोखी खुशबू ब्लैकस्टोन अगरबत्ती।
ਅੱਗੇ ਵਧਾਂਗੇ ਤੇ ਗੱਲ ਕਰਾਂਗੇ ਫਾਜ਼ਿਲਕਾ ਦੀ। ਫਾਜ਼ਿਲਕਾ 'ਚ 2 ਟੋਲ ਪਲਾਜ਼ਾ ਬੰਦ ਕੀਤੇ ਗਏ ਨੇ। ਦੱਸ ਕੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਲੱਗੇ 2 ਟੋਲ ਪਲਾਜ਼ਾ ਬੰਦ ਕੀਤੇ ਗਏ ਨੇ। ਕਾਬਲੇ ਇੱਕ ਔਰ ਹੈ ਕਿ ਸਮੇਂ ਤੋਂ 48 ਦਿਨ ਪਹਿਲਾਂ ਹੀ ਬੰਦ ਹੋਏ ਨੇ ਦੋਵੇਂ ਹੀ ਟੋਲ ਪਲਾਜ਼ਾ। 31 ਅਕਤੂਬਰ ਨੂੰ ਪੂਰਾ ਹੋਣਾ ਸੀਗਾ ਇਹਨਾਂ ਟੋਲ ਪਲਾਜ਼ਾ ਦਾ ਸਮਾਂ। ਖੇਲਕ ਅੰਦਰ ਤੇ ਮੁਹਾਮ ਜੋਇਆ ਪਿੰਡ 'ਚ ਬਣੇ ਹੋਏ ਸੀਗੇ ਦੋਵੇਂ ਟੋਲ ਪਲਾਜ਼ਾ। ਆਪ ਆਗੂ ਮਨਜੋਤ ਖੇੜਾ ਨੇ ਬੰਦ ਕਰਵਾਣੇ ਦੋਵੇਂ ਹੀ ਟੋਲ ਪਲਾਜ਼ਾ ਤੇ ਫਾਜ਼ਿਲਕਾ ਦੇ ਲੋਕਾਂ ਨੂੰ ਨਵੀਂ ਸੌਗਾਤ ਮਿਲੀ ਹੈ, ਜਿੱਥੇ ਕਿ ਫਾਜ਼ਿਲਕਾ 'ਚ ਪੈਂਦੇ 2 ਟੋਲ ਪਲਾਜ਼ਾ ਬੰਦ ਕੀਤੇ ਗਏ ਨੇ। ਇਸ ਦੇ ਵਿਚਾਲੇ ਸੀਐਮ ਭਗਵੰਤ ਮਾਨ ਵੀ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਵੀ ਕਈ ਟੋਲ ਪਲਾਜ਼ਾ ਬੰਦ ਕਰਵਾਏ ਗਏ ਨੇ। ਉੱਥੇ ਸੀਐਮ ਮਾਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਪੰਜਾਬ ਨੂੰ ਸੜਕ ਮਾਫੀਆ ਤੋਂ ਮੁਕਤ ਕਰਨਾ ਹੈ, ਪੰਜਾਬ ਨੂੰ ਟੋਲ ਫ੍ਰੀ ਬਣਾਉਣਾ ਹੈ ਤੇ ਫਾਜ਼ਿਲਕਾ 'ਚ 2 ਟੋਲ ਪਲਾਜ਼ਾ ਬੰਦ ਕੀਤੇ ਗਏ ਨੇ। ਦੱਸ ਕੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਲੱਗੇ ਨੇ 2 ਟੋਲ ਪਲਾਜ਼ਾ ਜੋ ਬੰਦ ਕੀਤੇ ਗਏ ਨੇ। ਸਮੇਂ ਤੋਂ 48 ਦਿਨ ਪਹਿਲਾਂ ਹੀ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ। ਮੇਰੇ ਸਹਿਯੋਗੀ ਪ੍ਰਦੀਪ ਕੁਮਾਰ ਫੋਨ ਲਾਈਨ ਤੇ ਜੁੜੇ ਹੋਏ ਨੇ। ਪ੍ਰਦੀਪ, ਫਾਜ਼ਿਲਕਾ ਦੇ ਲੋਕਾਂ ਨੂੰ ਨਵੀਂ ਸੌਗਾਤ, 2 ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ। ਬਿਲਕੁਲ ਸਮਝੋ ਜਿਹੜਾ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਮਿਲੀ ਹੈ, ਕਿਉਂਕਿ ਇਸ ਰੋਡ ਦੇ ਉੱਪਰ 2 ਟੋਲ ਪਲਾਜ਼ਾ ਸੀਗਾ। ਜਿਹੜਾ ਇੱਕ ਫਾਜ਼ਿਲਕਾ ਦੇ ਨੇੜੇ ਤੇਕਲੰਦਰ ਦੇ ਕੋਲ ਸੀਗਾ ਤੇ ਦੂਜਾ ਮਾਮੂ ਜੋਈਆ ਦੇ ਨੇੜੇ ਜਿਹੜਾ ਦੂਸਰਾ ਟੋਲ ਪਲਾਜ਼ਾ ਸੀਗਾ। ਦੋਨਾਂ ਨੂੰ 48 ਦਿਨਾਂ ਤੋਂ ਪਹਿਲਾਂ ਹੀ ਜਿਹੜਾ ਇਹ ਬੰਦ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਜਿਹੜਾ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਹੁਣ ਟੋਲ ਫ੍ਰੀ ਕਰ ਦਿੱਤਾ ਗਿਆ। ਪਿਛਲੇ 15 ਸਾਲਾਂ ਤੋਂ ਜਿਹੜਾ ਇਹ ਟੋਲ ਪਲਾਜ਼ਾ ਇਸ ਸੜਕ ਦੇ ਉੱਤੇ ਮੌਜੂਦ ਸੀਗੇ, ਜਿਹੜੇ ਲੋਕਾਂ ਤੋਂ ਜਿਹੜਾ ਟੋਲ ਜਿਹੜਾ ਹਾਸਲ ਕਰ ਰਹੇ ਸੀਗੇ। ਪਰ ਬੀਤੀ ਰਾਤ 12 ਵਜੇ ਤੋਂ ਬਾਅਦ ਜਿਹੜਾ ਇਹਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਿੰਸ ਖੇੜਾ ਜਿਹੜਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਤੇ ਆਗੂ ਨੇ, ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਵੱਲੋਂ ਇਹਨਾਂ ਟੋਲ ਪਲਾਜ਼ਾ ਨੂੰ ਜਿਹੜਾ ਤਾਲਾ ਲਗਾ ਦਿੱਤਾ ਗਿਆ ਤੇ ਲੋਕਾਂ ਦੇ ਲਈ ਖੋਲ ਦਿੱਤਾ ਗਿਆ। ਪਰ ਦੂਜੇ ਪਾਸੇ ਜਿਹੜਾ ਕੰਪਨੀ ਦੇ ਕਰਮਚਾਰੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਵੀ ਜਿਹੜਾ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਏਗਾ। ਪਰ ਜਿਹੜੇ ਮੈਨੇਜਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੰਪਨੀ ਵੱਲੋਂ ਕਿਧਰੇ ਹੋਰ ਕੰਮ ਜਿਹੜਾ ਦਿੱਤਾ ਜਾ ਸਕਦਾ। ਪਰ 48 ਦਿਨ ਤੋਂ ਪਹਿਲਾਂ ਜਿਹੜੀ ਇਹ ਵੱਡੀ ਸੁਗਾਤ ਜਿਹੜੀ ਲੋਕਾਂ ਨੂੰ ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਮਿਲੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਪ੍ਰਦੀਪ, ਸਾਨੂੰ तमाम ਜਾਣਕਾਰੀ ਦੇਣ ਲਈ। ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਫਾਜ਼ਿਲਕਾ ਦੇ, ਜਿੱਥੇ ਕਿ 2 ਟੋਲ ਪਲਾਜ਼ਾ ਬੰਦ ਕੀਤੇ ਗਏ ਨੇ। ਰਾਤ ਦੀਆਂ ਤਸਵੀਰਾਂ ਜਦੋਂ ਕਿ ਆਪ ਆਗੂ ਮਨਜੋਤ ਖੇੜਾ ਉੱਥੇ ਬਕਾਇਦਾ ਆਪ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਦੋਨੋਂ ਹੀ ਟੋਲ ਪਲਾਜ਼ਾ ਬੰਦ ਕਰਵਾਏ ਜਾਂਦੇ ਨੇ। ਮਾਨ ਸਰਕਾਰ ਦਾ, ਸਾਡੇ ਮਾਨਯੋਗ ਐਮਐਲਏ ਨਰਿੰਦਰਪਾਲ ਸਿੰਘ ਸੋਨਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਉਦਮ ਸਦਕਾ ਇਹ ਦਿਨ ਅੱਜ ਆਇਆ ਹੈ। ਦੇਖੋ ਬਿਲਕੁਲ ਜੀ, ਲਗਭਗ ਮੇਰੇ ਹਿਸਾਬ ਨਾਲ 75 ਰੁਪਏ ਤੋਂ 80 ਰੁਪਏ ਟੋਲ ਸੀਗਾ ਜੀ ਆਉਣ ਜਾਣ ਦਾ। ਸੋ ਮਤਲਬ ਹੈ ਜੇ ਇੱਥੋਂ ਕਿਸੇ ਨੇ ਲਾਧੂਕਾ ਜਾਣਾ ਹੈ, ਫਾਜ਼ਿਲਕਾ ਤੋਂ ਲਾਧੂਕਾ ਦਾ ਡਿਸਟੈਂਸ ਹੈ 13 ਕਿਲੋਮੀਟਰ ਔਰ 13 ਕਿਲੋਮੀਟਰ ਦੇ ਵਿੱਚ ਤੁਸੀਂ ਲਗਭਗ ਤੁਸੀਂ ਇਹ ਦੇਖ ਲਓ 100 ਰੁਪਏ ਦਾ ਟੋਲ ਦਾ ਖਰਚਾ ਸੀਗਾ ਜੋ ਅੱਜ ਤੋਂ ਨਹੀਂ ਪਏਗਾ। ਦੇਖੋ ਸਾਡੀ ਕੰਪਨੀ ਚੇਤਕ ਐਂਟਰਪ੍ਰਾਈਜ਼ ਲਿਮਟਿਡ ਚਤੌੜਗੜ੍ਹ ਤੋਂ ਤੇ ਸਾਨੂੰ ਆਦੇਸ਼ ਆਇਆ ਸੀ ਕਿ ਅੱਜ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ। ਇਹ ਟੋਲ ਪਲਾਜ਼ਿਆਂ ਨੂੰ 15 ਸਾਲ ਹੋ ਗਏ ਸੀ ਚੱਲਦੇ। 15 ਸਾਲ ਦਾ ਐਗਰੀਮੈਂਟ ਸੀ, ਲੇਕਿਨ ਉਹ ਐਗਰੀਮੈਂਟ ਦੇ ਮੁਤਾਬਕ 31 ਅਕਤੂਬਰ ਨੂੰ ਬੰਦ ਹੋਣਾ ਸੀ, ਲੇਕਿਨ ਉਹ 48 ਦਿਨ ਪਹਿਲਾਂ ਬੰਦ ਹੋ ਰਿਹਾ ਜੀ ਅੱਜ। ਦੇਖੋ ਇਸ ਦਾ ਕਾਰਨ ਆਪਾਂ ਨਹੀਂ ਜਾਣਦੇ। ਇਹ ਕੰਪਨੀ ਹੈੱਡਕੁਆਟਰ ਦੇ ਵਿੱਚ ਬੜੇ ਅਫਸਰ ਬੈਠੇ ਆ ਸਾਡੇ, ਅਸੀਂ ਤਾਂ ਉਹਨਾਂ ਦੇ ਹੁਕਮ ਦੇ ਮੁਤਾਬਕ ਕਾਰਵਾਈ ਕਰਨੀ ਹੈ।